ਹੈਲੋ ਡੀਅਰ ਸਟੂਡੈਂਟਸ, ਮਾਈਸੈਲਫ ਇਜ਼ ਪ੍ਰੋਫੈਸਰ ਕੁਲਦੀਪ ਕੁਮਾਰ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਜਿਹਦੇ ਬਾਰੇ ਤੁਸੀਂ ਅਕਸਰ ਸੁਣਿਆ ਹੋਊਗਾ, ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ। ਤੋ ਇੰਡੀਆ ਦੀ ਵੇਰੀਅਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਵੀ ਲਿਟਰੇਰੀ ਕ੍ਰਿਟਿਸਿਜ਼ਮ ਦਾ ਪੇਪਰ ਹੁੰਦਾ, ਉਹਦੇ ਵਿੱਚ ਐਲੀਅਟ ਆਲਵੇਜ਼ ਮੇਕਸ ਇਟਸ ਪਲੇਸ। ਤੋ ਕਿਤੇ ਨਾ ਕਿਤੇ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ ਦਾ ਜਿਹੜਾ ਐਸੇ ਆ ਉਹ ਹਰ ਜਗ੍ਹਾ ਜਾਂ ਹਰ ਯੂਨੀਵਰਸਿਟੀ ਦੇ ਵਿੱਚ ਤਕਰੀਬਨ ਲਗਾਇਆ ਜਾਂਦਾ। ਤੋ ਅੱਜ ਆਪਾਂ ਐਸੇ ਡਿਸਕਸ ਕਰਾਂਗੇ। ਜਿਹੜੇ ਸਟੂਡੈਂਟਸ ਮਾਸਟਰਸ ਕਰ ਰਹੇ ਨੇ ਤਾਂ ਉਹ ਵੀ ਇਸ ਐਸੇ ਨੂੰ ਚੰਗੀ ਤਰ੍ਹਾਂ ਸਮਝਣ। ਜਿਹੜੇ UGC ਨੈਟ ਦੀ ਤਿਆਰੀ ਕਰ ਰਹੇ ਨੇ ਤਾਂ ਉਹਨਾਂ ਲਈ ਵੀ ਮੈਂ ਥੋੜ੍ਹਾ ਕੁਝ ਪਰਟੀਕੂਲਰ ਟਰਮਸ 'ਤੇ ਸਟਰੈਸ ਦਊਂਗਾ, ਤਾਂ ਕਿ ਤੁਸੀਂ UGC ਦੀ ਪ੍ਰਿਪਰੇਸ਼ਨ ਦੇ ਦੌਰਾਨ ਵੀ ਉਸ ਚੀਜ਼ ਦਾ ਬੈਨੀਫਿਟ ਲੈ ਸਕੋ। ਤੋ ਡੀਅਰ ਸਟੂਡੈਂਟਸ, ਐਸੇ ਦਾ ਨਾਮ ਹੈ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ। ਆਪਾਂ ਪਹਿਲੇ ਦੀ ਥੋੜ੍ਹੀ ਜਿਹੀ ਇੰਟਰੋਡਕਸ਼ਨ ਸਮਝ ਲਈਏ ਕਿ ਐਲੀਅਟ ਨੂੰ ਇਹ ਐਸੇ ਕਿਉਂ ਲਿਖਣਾ ਪਿਆ। ਐਲੀਅਟ ਦਾ ਪੂਰਾ ਨਾਮ ਸੀ ਥਾਮਸ ਟੀਅਨਸ ਐਲੀਅਟ। ਅਤੇ ਐਲੀਅਟ ਵਾਜ਼ ਬੇਸਿਕਲੀ ਹਰ ਕ੍ਰਿਟਿਕ ਜਿਹੜਾ ਹੁੰਦਾ, ਹਾਲਾਂਕਿ ਐਲੀਅਟ ਪੋਇਟ ਵੀ ਸੀਗਾ, ਉਹਨੇ ਵੇਸਟਲੈਂਡ ਲਿਖੀ ਹੈ, ਬਟ ਨਾਲ ਉਹ ਕ੍ਰਿਟਿਕ ਵੀ ਸੀ। ਹਰ ਕ੍ਰਿਟਿਕ ਦੀ ਇੱਕ ਬੇਸਿਕ ਆਈਡੀਓਲੋਜੀ ਹੁੰਦੀ ਹੈ। ਅਤੇ TS ਐਲੀਅਟ ਜਿਹੜਾ ਸੀਗਾ, ਬੇਸਿਕਲੀ ਹੀ ਵਾਜ਼ ਏ ਮੈਨ ਆਫ ਡਿਸਿਪਲਿਨ, ਅ ਡਿਸਿਪਲਨੇਰੀਅਨ। ਤਾਂ ਉਹਦੀ ਜਿਹੜਾ ਕ੍ਰਿਟਿਸਿਜ਼ਮ ਉਹਦੇ ਵਿੱਚ ਤੁਹਾਨੂੰ ਕਾਫੀ ਇੱਕ ਕਲਾਸੀਕਲ ਐਲੀਮੈਂਟ ਆ ਜਿਹੜਾ ਉਹ ਹਮੇਸ਼ਾ ਤੋਂ ਮਿਲੂਗਾ। ਐਲੀਅਟ ਨੂੰ ਇਹ ਐਸੇ ਇਸ ਲਈ ਲਿਖਣਾ ਪਿਆ ਕਿ ਬੇਸਿਕਲੀ ਆਪਾਂ ਸਾਰਿਆਂ ਨੂੰ ਪਤਾ, ਇਨ ਦ ਬਿਗਨਿੰਗ ਆਫ 20th ਸੈਂਚੁਰੀ ਸਾਇੰਸ ਸਡਨਲੀ ਮੇਕ ਅਨਪ੍ਰੈਸੀਡੈਂਟਿਡ ਪ੍ਰੋਗਰੈਸ। ਜਿਵੇਂ 21ਵੀਂ ਸਦੀ ਦਾ ਆਗਮਨ ਹੋਇਆ ਤਾਂ ਸਾਇੰਸ ਨੇ ਹੈਰਤ ਅੰਗੇਜ਼ ਤਰੀਕੇ ਨਾਲ ਤਰੱਕੀ ਕੀਤੀ, ਪ੍ਰੋਗਰੈਸ ਕੀਤੀ। ਅਤੇ ਜਿਹਦੇ ਨਾਲ ਕੀ ਹੋਇਆ ਕਿ ਸਮਾਜ ਦੇ ਹਰ ਖੇਤਰ ਦੇ ਵਿੱਚ, ਇਨ ਆਲ ਦ ਫੀਲਡਸ ਆਫ ਲਾਈਫ ਦੇਰ ਵਰ ਡਰਾਮੈਟਿਕ ਚੇਂਜਸ। ਸਭ ਕੁਛ ਬਦਲ ਰਿਹਾ ਸੀ। ਤਾਂ ਕਿਉਂਕਿ ਸੁਸਾਇਟੀ ਦੇ ਵਿੱਚ ਸਾਰਾ ਕੁਛ ਬਦਲ ਰਿਹਾ ਸੀ ਸਾਇੰਸ ਦੇ ਆਉਣ ਨਾਲ, ਤਾਂ ਬਹੁਤ ਸਾਰੇ ਜਿਹੜੇ ਉਸ ਵਕਤ ਯੰਗ ਰਾਈਟਰ ਸੀ, ਮੇਰੀ ਗੱਲ ਉਰੇ ਧਿਆਨ ਨਾਲ ਸੁਣਿਓ, ਉਸ ਵਕਤ ਦੇ ਜਿੰਨੇ ਵੀ ਯੰਗ ਇੰਗਲਿਸ਼ ਰਾਈਟਰਸ ਇੰਗਲੈਂਡ ਦੇ ਵਿੱਚ, they were doing all kind of experiments with the literature. At 21st century, ਜਿਹੜੀ 20th century ਇਹਨੂੰ ਆਪਾਂ ਬੋਲਦੇ ਏਜ ਆਫ ਐਕਸਪੈਰੀਮੈਂਟੇਸ਼ਨ। ਤਾਂ ਜਿੰਨੇ ਵੀ ਉਸ ਵਕਤ ਦੇ ਪੋਇਟ ਸੀ, ਉਹ ਦੇਖੋ ਪੋਇਟਰੀ ਦੇ ਵਿੱਚ ਦੋ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ, ਪੋਇਟਰੀ ਥੀਮ, ਕੰਟੈਂਟ ਅਤੇ ਸਟਾਈਲ। ਤਾਂ ਪੋਇਟਸ ਦੋਨੋਂ ਚੀਜ਼ਾਂ ਨਾਲ ਐਕਸਪੈਰੀਮੈਂਟ ਕਰ ਰਹੇ ਸੀ। ਦੇ ਵਾਂਟਿਡ ਟੂ ਬੀ ਡਿਫਰੈਂਟ, ਦੇ ਵਾਂਟਿਡ ਟੂ ਬੀ ਕ੍ਰੀਏਟ ਡਿਫਰੈਂਟ ਸਟਾਈਲ, ਦੇ ਵਾਂਟਿਡ ਟੂ ਪ੍ਰੈਜ਼ੈਂਟ ਡਿਫਰੈਂਟ ਕੰਟੈਂਟ। ਅਤੇ ਇਸ ਸਾਰੇ ਚੱਕਰ 'ਚ ਕੀ ਹੋ ਰਿਹਾ ਸੀਗਾ, ਐਲੀਅਟ ਵਰਗੇ ਜਿਹੜੇ ਸੀਨੀਅਰ ਪੋਇਟ ਸੀ ਉਸ ਵਕਤ ਦੇ, ਉਹਨਾਂ ਨੂੰ ਫੀਲ ਹੋ ਰਿਹਾ ਸੀਗਾ ਕਿ ਇਹ ਬੱਚੇ ਕੀ ਕਰੀ ਜਾ ਰਹੇ ਨੇ। ਨੋ ਡਾਊਟ ਚੇਂਜ ਲੈ ਕੇ ਆਉਣਾ ਕੋਈ ਬੁਰੀ ਚੀਜ਼ ਨਹੀਂ ਹੁੰਦੀ, ਚੇਂਜ ਇਜ਼ ਆਲਵੇਜ਼ ਵੈਲਕਮ। ਪਰ ਚੇਂਜ ਇਸ ਤਰੀਕੇ ਨਾਲ ਲੈ ਕੇ ਆਉਣਾ ਚਾਹੀਦਾ ਕਿ ਚੇਂਜ ਔਕਵਰਡ ਨਾ ਲੱਗੇ, ਟੋਲਰੇਬਲ ਹੋਵੇ, ਵੈਲਕਮ ਹੋਵੇ, ਪੋਜ਼ੀਟਿਵ ਹੋਵੇ। ਤਾਂ ਡੀਅਰ ਸਟੂਡੈਂਟਸ, ਇੱਕ ਗੱਲ ਦਾ ਧਿਆਨ ਰੱਖਿਓ, ਇਨ ਵੈਰੀ ਸਿੰਪਲ ਵਰਡਸ, ਇਹ ਐਸੇ ਐਲੀਅਟ ਨੇ ਉਹਨਾਂ ਰਾਈਟਰਸ ਲਈ ਲਿਖਿਆ ਜਿਹੜੇ ਬਡਿੰਗ ਰਾਈਟਰਸ ਨੇ, ਯੰਗ ਰਾਈਟਰਸ ਨੇ, ਨਵੀਂ ਐਂਟਰੀ ਕੀਤੀ ਹੈ ਜਿਨ੍ਹਾਂ ਨੇ ਆਪਣੀ। ਅਤੇ ਐਲੀਅਟ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਪੋਇਟਰੀ ਲਿਖੋ, ਵੈਨ ਐਵਰ ਯੂ ਆਰ ਟਰਾਈਂਗ ਟੂ ਪ੍ਰੈਕਟਿਸਾਈਜ਼ ਪੋਇਟਰੀ, ਪਲੀਜ਼ ਟੇਕ ਕੇਅਰ ਆਫ ਦੀਸ ਥਿੰਗਸ। ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ, so that people may enjoy your poetry and you are not going to upset a system. You are welcome to bring certain positive changes in the system, but kindly don't try to upset the system, don't try to demolish the system. It may have serious ramifications, it may have serious problems. तो सब तो पहला आप टाइटल समझ लिए ऐसे दा, ट्रेडिशंस मैंने पास्ट ਦੀਆਂ ਕੁਛ ਰਵਾਇਤਾਂ, ਕੁਛ ਰਿਵਾਜ਼ ਜੋ ਆਲਰੇਡੀ ਚੱਲ ਰਹੇ ਨੇ। ਅਤੇ ਇੰਡੀਵਿਜੂਅਲ ਟੈਲੈਂਟ ਦਾ ਮਤਲਬ ਐਲੀਅਟ ਸਾਨੂੰ ਦੱਸਣਾ ਚਾਹੁੰਦਾ ਕਿ ਉਹ ਸਾਰੇ ਨਵੇਂ ਚੇਂਜਿਸ ਜੋ ਤੁਸੀਂ ਕਰਨਾ ਚਾਹੁੰਦੇ ਹੋ। ਤਾਂ ਜੇ ਆਪਾਂ ਸਿੰਪਲੀ ਇਹਦਾ ਜਿਸਟ ਸਮਝਣਾ ਹੋਵੇ ਐਸੇ ਦਾ, ਤਾਂ ਰਾਜੇ ਇੱਕ ਗੱਲ ਦਾ ਧਿਆਨ ਰੱਖਿਓ, ਐਲੀਅਟ ਕੀ ਕਹਿਣਾ ਚਾਹੁੰਦਾ ਕਿ ਪੋਇਟਰੀ ਸ਼ੁੱਡ ਬੀ ਅ ਨਾਈਸ ਕੰਬੀਨੇਸ਼ਨ ਆਫ ਸਮ ਓਲਡ ਟ੍ਰੈਡੀਸ਼ਨਸ combined with some new changes which you want to bring। ਤਾਂ ਕੁੱਲ ਮਿਲਾ ਕੇ ਐਸੇ ਦਾ ਪੂਰਾ ਥੀਮ ਕੀ ਹੈ, ਐਲੀਅਟ ਯੰਗ ਪੋਇਟਸ ਨੂੰ ਇੰਸਟਰਕਟ ਕਰ ਰਿਹਾ ਕਿ ਤੁਸੀਂ ਥੋੜ੍ਹੀਆਂ ਟ੍ਰੈਡੀਸ਼ਨਸ ਨੂੰ ਨਾਲ ਲੈ ਕੇ ਚੱਲੋ ਪੋਇਟਰੀ ਲਿਖਦੇ ਹੋਏ,
ਤੇ ਥੋੜਾ ਆਪਣਾ ਜਿਹੜਾ ਟੈਲੈਂਟ ਆ, ਨਵੀਆਂ ਜਿਹੜੀਆਂ ਚੀਜ਼ਾਂ ਨੇ ਉਹਨੂੰ ਇਨਕੋਰਪੋਰੇਟ ਕਰੋ, ਤਾਂ ਕਿ ਇਨ ਟੋਟੈਲਿਟੀ ਜਿਹੜੀ ਤੁਹਾਡੀ ਪੋਇਟਰੀ ਹੋਵੇ ਉਹ ਇੱਕ ਅੱਛਾ ਇੰਪ੍ਰੈਸ਼ਨ ਕ੍ਰੀਏਟ ਕਰੇ, ਲੋਕਾਂ ਨੂੰ ਪੜ੍ਹਨ ਸਾਰੇ ਇਹ ਨਾ ਲੱਗੇ ਵੀ ਇਹ ਕੀ ਆ ਗਿਆ, because they have been not used to that. So in brief, before we begin this essay, I would like to repeat myself. What is Eliot trying to do in this essay? He's trying young authors, he's trying to tell young poets that they should respect at least some of the traditions. If they are not going to follow all the traditions, at least filter them, at least follow those traditions which are healthy, which are good. And they are also welcome to bring those changes which they feel must be done in their poetry. So their poetry should be a wonderful combination of tradition and new changes which these poets want to bring. So I hope the basic idea of essay is clear. ਤਾਂ ਹੁਣ ਆਪਾਂ ਐਸੇ ਤੇ ਚੱਲਦੇ ਆ। ਇਹ ਕੁਝ ਸ਼ਾਰਟ ਟਰਮਸ ਨੇ ਜਿਹੜੇ UGC ਦੀ ਤਿਆਰੀ ਕਰਦੇ ਉਹ ਵੀ ਸਮਝ ਲੈਣ, ਤੇ ਜਿਹੜੇ ਬੱਚੇ ਸ਼ਾਰਟ ਕੁਐਸਚਨਸ ਕਰਨਗੇ PG ਦੇ ਵਿੱਚ ਤਾਂ ਉਹਨਾਂ ਲਈ ਵੀ ਜ਼ਰੂਰੀ ਹੈ। ਤਾਂ ਐਲੀਅਟ ਸਭ ਤੋਂ ਪਹਿਲਾਂ ਐਸੇ ਸ਼ੁਰੂ ਕਰਦਾ, ਵਾਟ ਇਜ਼ ਟ੍ਰੈਡੀਸ਼ਨ। ਦੇਖੋ ਇੱਕ ਰਿਵਾਜ ਹੈ, ਜਦੋਂ ਵੀ ਆਪਾਂ ਵਰਡ ਟ੍ਰੈਡੀਸ਼ਨ ਮੈਂਸ਼ਨ ਕਰਦੇ ਆ, ਤੁਹਾਨੂੰ ਪਤਾ ਨਾ ਹਰ ਵਰਡ ਦੀ ਇੱਕ ਕੋਨੋਟੇਸ਼ਨ ਹੁੰਦੀ ਹੈ, ਹਰ ਵਰਡ ਕੁਝ ਸਿੰਬਲਾਈਜ਼ ਕਰਦਾ। ਤੇ ਜਦੋਂ ਹੀ ਅਸੀਂ ਵਰਡ ਟ੍ਰੈਡੀਸ਼ਨ ਮੈਂਸ਼ਨ ਕਰਦੇ ਆ, ਇੱਕਦਮ ਨਾ ਸਾਡੇ ਅੰਦਰ ਬੜੀ ਨੈਗੇਟਿਵਿਟੀ ਜੀ ਆ ਜਾਂਦੀ ਹੈ। ਇੱਕਦਮ ਸਾਨੂੰ ਲੱਗਦਾ ਕਿ ਆਹ ਕੀ ਵਰਡ ਜਿਹਾ ਯੂਜ਼ ਕਰ ਲਿਆ। ਖਾਸ ਤੌਰ 'ਤੇ ਯੰਗਸਟਰਸ ਨੂੰ ਲੱਗਦਾ ਕਿ ਟ੍ਰੈਡੀਸ਼ਨਸ, all traditions are outdated, all traditions are outworn, all the traditions are repetitive, they must not be followed. Eliot ਕਹਿੰਦਾ ਇਹ ਤੋਂ ਪਹਿਲਾਂ ਕਿ ਤੁਸੀਂ ਟ੍ਰੈਡੀਸ਼ਨਸ ਨੂੰ ਰਿਜੈਕਟ ਕਰੋ, you should first understand what do we mean by a tradition. ਤਾਂ ਰਾਜੇ ਟ੍ਰੈਡੀਸ਼ਨ ਕੀ ਹੁੰਦੀ ਹੈ? ਬਹੁਤ ਸਾਰੇ ਓਲਡ ਕਸਟਮਸ ਜਿਹੜੇ ਸੋਸਾਇਟੀ ਸਾਨੂੰ ਰਿਪੀਟਡਲੀ ਪੇਸ਼ ਕਰਦੀ ਹੈ, ਜੋ ਅਸੀਂ ਬਾਰ-ਬਾਰ ਕਰਦੇ ਉਹ ਟ੍ਰੈਡੀਸ਼ਨਸ ਹੁੰਦੀਆਂ ਨੇ। ਤਾਂ ਐਲੀਅਟ ਕਹਿੰਦਾ ਦੇਖੋ ਟ੍ਰੈਡੀਸ਼ਨਸ ਸਾਰੀਆਂ ਬੁਰੀਆਂ ਨਹੀਂ ਹੁੰਦੀਆਂ। ਵੀ ਨੀਡ ਟੂ ਅੰਡਰਸਟੈਂਡ ਸਮ ਆਫ ਦ ਟ੍ਰੈਡੀਸ਼ਨਸ ਮੇ ਬਿਕਮ ਆਊਟਡੇਟਡ ਵਿਦ ਦ ਟਾਈਮ। ਤੁਹਾਡਾ ਇੱਕ ਘਰ ਆ, ਉਸ ਘਰ 'ਚ ਹੋ ਸਕਦਾ ਕਿ ਕੁਝ ਚੀਜ਼ਾਂ ਪੈਸੇਜ ਆਫ ਟਾਈਮ ਦੇ ਨਾਲ ਪੁਰਾਣੀਆਂ ਹੋ ਗਈਆਂ, ਉਹ ਯੂਜ਼ੇਬਲ ਨਹੀਂ ਰਹੀਆਂ। ਐਲੀਅਟ ਕਹਿੰਦਾ ਨੋ ਪ੍ਰੋਬਲਮ, ਡਿਸਕਾਰਡ ਦੈਮ, ਰਿਜੈਕਟ ਦੈਮ, ਥਰੋ ਦੈਮ ਅਵੇ। ਬਟ ਇਹ ਤਾਂ ਨਹੀਂ ਪੋਸੀਬਲ ਹੈਗਾ ਅੰਡਰ ਐਨੀ ਸਰਕਮਸਟੈਂਸਿਸ ਕਿ ਤੁਹਾਡੇ ਘਰ ਦੇ ਅੰਦਰ ਸਾਰੀਆਂ ਹੀ ਚੀਜ਼ਾਂ ਬੇਕਾਰ ਹੋ ਗਈਆਂ ਹੋਣ ਐਟ ਦ ਸੇਮ ਟਾਈਮ। ਸੋ ਐਲੀਅਟ ਕੀ ਕਹਿੰਦਾ? ਟ੍ਰੈਡੀਸ਼ਨਸ ਨੂੰ ਚੰਗੀ ਤਰ੍ਹਾਂ ਇਵੈਲੂਏਟ ਕਰੋ। ਜਿਹੜੀ ਟ੍ਰੈਡੀਸ਼ਨ ਕਿਸੇ ਪੋਇਟ ਨੂੰ ਲੱਗਦਾ ਕਿ ਇਟ ਮਸਟ ਬੀ ਡਿਸਕਾਰਡਡ, ਇਟ ਇਜ਼ ਆਊਟਡੇਟਡ, ਇਟ ਮਸਟ ਬੀ ਰਿਜੈਕਟਡ, ਯੂ ਕੈਨ ਰਿਜੈਕਟ ਇਟ। ਬਟ ਆਲ ਟ੍ਰੈਡੀਸ਼ਨਸ ਆਰ ਨਾਟ ਬੈਡ, ਪਾਸਟ ਇਜ਼ ਨਾਟ ਆਲਵੇਜ਼ ਬੈਡ। You cannot simply make a single statement कि all traditions must be rejected. मैंने किसी शायर दी दो लाइनें याद आ गई कि दुश्मन को भी सीने से लगाना नहीं भूले, हम अपने बुजुर्गों का ज़माना नहीं भूले। तो किसी भी कल्चर दे विच ਇਹੋ ਜਿਹਾ ਕੋਈ पॉइंट नहीं आता कि सोसाइटी ये फील करे कि उन्होंने सारिया ट्रडिशनस बेकार हो गई। तो एलियट की कहता ट्रडिशन इज़ ए टू वे रोड। तो हर एक यंग ऑथर ਨੂੰ ਚਾਹੀਦਾ ਉਹ ਪਹਿਲਾਂ ਟ੍ਰੈਡੀਸ਼ਨ ਨੂੰ ਸਮਝੇ, ਉਸ ਤੋਂ ਬਾਅਦ ਉਹਨੂੰ ਫਿਲਟਰ ਕਰੇ। ਜੇ ਉਹਨੂੰ ਲੱਗਦਾ ਕਿ ਟ੍ਰੈਡੀਸ਼ਨ ਅੱਜ ਦੇ ਟਾਈਮ 'ਚ ਯੂਜ਼ੇਬਲ ਨਹੀਂ ਹੈ, ਇਟ ਇਜ਼ ਨਾਟ ਸਰਵਿੰਗ ਐਨੀ ਪਰਪਸ, ਇਟ ਮਸਟ ਬੀ ਡਿਸਕਾਰਡਡ। ਬਟ ਹੀ ਮਸਟ ਆਲਸੋ ਆਬਜੈਕਟਿਵਲੀ ਐਨਾਲਾਈਜ਼ ਕਿ ਜੇ ਇੱਕ ਟ੍ਰੈਡੀਸ਼ਨ ਸਾਨੂੰ ਇੱਕ ਅੱਛੇ ਫਿਊਚਰ ਵੱਲ ਲੈ ਕੇ ਜਾਣ 'ਚ ਹੈਲਪ ਕਰ ਰਹੀ ਹੈ, ਤਾਂ ਦੈਟ ਮਸਟ ਬੀ ਵੈਲਕਮ, ਦੈਟ ਮਸਟ ਨਾਟ ਬੀ ਰਿਜੈਕਟਡ। ਲੈਟ ਮੀ ਟੈਲ ਯੂ, some of the basics of life never change. Sooner or later we all realize कि लाइफ के कुछ बेसिक प्रिंसिपल्स होंगे ने वो हमेशा स्टैंड करते हैं। तो कुछ ट्रडिशनस नू एक्सैप्ट कर लेना चाहिए। तो जी ट्रडिशन एक यंग पोइट नू लगती है कि इट मस्ट बी डिस्कार्डेड, इट मस्ट बी डिस्कार्डेड, बट इट शुड बी डन आफ्टर फॉलोइंग ए प्रोसेस। डू नॉट कैटेगोरिकली रिजेक्ट एवरीथिंग, इट इज़ नॉट डिजायरेबल। तो ट्रडिशन दे विच सब तो इंपॉर्टेंट चीज़ होंदी है ਜਿਹੜਾ ਐਲੀਅਟ ਕਹਿੰਦਾ ਹਰ ਪੋਇਟ ਨੂੰ ਆਉਣੀ ਚਾਹੀਦੀ ਹੈ, ਪਾਸਟਨੈਸ। ਯੂ ਮਸਟ ਰਿਅਲਾਈਜ਼ ਕਿ ਪਾਸਟਨੈਸ ਆਫ ਪਾਸਟ, ਕਿ ਜਿਹੜਾ ਪਾਸਟ ਹੁੰਦਾ, ਜਦੋਂ ਵੀ ਆਪਾਂ ਪਾਸਟ ਦੀ ਗੱਲ ਕਰਦੇ ਆ, ਪਾਸਟ ਨੈਵਰ ਡਾਈਜ਼। ਜਦੋਂ ਵੀ ਇੱਕ ਯੰਗ ਪੋਇਟ ਲਿਖੇ, ਉਹ ਇੱਕ ਚੀਜ਼ ਨੂੰ ਰਿਅਲਾਈਜ਼ ਕਰੇ ਜਿਹਨੂੰ ਕਹਿੰਦਾ ਹਿਸਟੋਰੀਕਲ ਸੈਂਸ। ਦੇਰ ਇਜ਼ ਅ ਵੈਰੀ ਇੰਪॉर्टेंट concept in this essay. Eliot describes as a historical sense. By historical sense he means to say a poet must realize, बेशक
मिल्टन ने 17th सेंचुरी च लिखिया, शेक्सपीयर ने 16th च लिखिया, पोप ने 18th च लिखिया, पर एवरी राइटर मस्ट रियलाइज ही इज़ ए पार्ट ऑफ कॉन्टीन्यूटी। वो एक कॉन्टीन्यूटी का पार्ट है, उन्होंने अपने तो पुराने जिन्हें ऑथर्स ने उन्होंने बारे पता होना चाहिए, उन्होंने बारे नॉलेज होनी चाहिए है, ताकि वो इस गल को समझ सके कि वो एक लंबी कॉन्टीन्यूटी का पार्ट है। सो ही मस्ट रियलाइज द ग्रेटनेस ऑफ द अर्लीयर ऑथर्स एज वेल, बिकॉज पास्ट नैवर डाइज। वो ये नहीं कह रहे कि तुम ब्लाइंडली फॉलो करो, बट जस्ट गो थ्रू दैम। You must be aware that England had a wonderful, glorious past. ਤਾਂ ਜਦੋਂ ਵੀ ਕੋਈ ਨਵਾਂ ਪੋਇਟ ਲਿਖੇ ਉਹ ਆਪਣੇ ਪਾਸਟ ਦੇ ਕਸਟਮਸ ਨਾਲ, ਟ੍ਰੈਡੀਸ਼ਨਸ ਨਾਲ ਵਾਕਿਫ ਹੋਵੇ। ਹੀ ਮਸਟ ਹੈਵ ਏ ਹਿਸਟੋਰੀਕਲ ਸੈਂਸ। ਅਤੇ ਇਹ ਬੜੀ ਕਾਮਨ ਜੀ ਗੱਲ ਵੀ ਹੈ, ਆਪਾਂ ਜ਼ਿੰਦਗੀ 'ਚ ਕਿਤੇ ਵੀ ਨਵੀਂ ਜੋਬ ਕਰਨ ਜਾਂਦੇ ਹਾਂ, ਆਪਾਂ ਜ਼ਿੰਦਗੀ 'ਚ ਨਵੀਂ ਯੂਨੀਵਰਸਿਟੀ 'ਚ ਪੜ੍ਹਨ ਜਾਂਦੇ ਹਾਂ, ਇਟ ਬਿਕਮਜ਼ ਆਵਰ ਫਸਟ ਡਿਊਟੀ ਟੂ ਅੰਡਰਸਟੈਂਡ ਦ ਪਾਸਟ ਆਫ ਦੈਟ ਪਲੇਸ। ਐਵਰੀ ਪਲੇਸ ਹੈਜ਼ ਏ ਪਾਸਟ, everything has a past. If you understand that past, वो चीज़ थोड़ा उस जगह किमें थोड़े रहना, how to behave, ये चीज़ लिए help करती है। तो poet must understand that before writing he must be aware that he must have a historical sense। उन्हें एक जर्नल जा आइडिया होना चाहिए कि वो तो पहला किहड़े महान कवि आए सी, उन्होंने की लिखिया, ताकि वो उन्होंने कुछ अच्छी चीज़ों फॉलो कर सके। सो दिस इज़ वॉट ही कॉल्ड हिस्टोरिकल सेंस। हिस्टोरिकल सेंस सिंपली मीन्स सिंपली गोइंग थ्रू द पास्ट पोइट्स, अंडरस्टैंड एंड एवेल्यूएट देयर ग्रेटनेस एंड जस्ट फॉलो सम ऑफ द गुड थिंग्स विच दे हैव प्रैक्टिसाइज इन देयर वर्क्स। हाँ जी, उस तो बाद दूजी गल जी एलियट सानू कहना चाहता, जी मोस्ट इंपॉर्टेंट है, a poet must be impersonal। impersonal theory ये बड़ा इंपॉर्टेंट कॉन्सैप्ट है एलियट का। हाँ जी, what is the impersonal theory? देखो तो सिलेबस के शायद वो भी होवे विलियम वर्ड्सवर्थ द प्रीफेस टू लिरिकल बैलेट्स। ओके, सो वी ऑल नो इन प्रीफेस टू लिरिकल बैलेट्स एलियट वर्ड्सवर्थ ने सानू कहा सी पोइट्री इज अ स्पॉन्टेनियस ओवरफ्लो ऑफ पावरफुल फीलिंग्स। तो वर्ड्सवर्थ ने कहा सीगा कि कवि अपने इमोशनस नू रैप्रजेंट करता। आप सारे नू पता पूरे दी पूरी जी रोमांटिक पोइट्री है वो सबजैक्टिव है, बीट कीट्स, बीट शैले, बीट कॉलरिज, बीट वर्ड्सवर्थ, दे आर ऑलवेज टेलिंग अबाउट देमसेल्फ, देयर फीलिंग्स, देयर लाइक्स एंड डिसलाइक्स। बट एलियट सेज पोइट्री शुड नॉट बी लाइक दैट। अ पोइट मस्ट बी इम्पर्सनल। बाय इम्पर्सनल वट डज ही मीन, तो उरे एक होर टर्म यूज़ करता जिन्हों आप कहने कैटालिटिक एजेंट। जिमें एक मशीन होंगी है तो वो अंदरों एक पासों कोई स्टफ आता तो दूजे पासों बनया बनाया स्टफ तैयार होकर बाहर जाता। तो एलियट सानू की कहता कि जिहड़ियां चीज़ां एक पोइट ऑब्जर्व करता तो जो वो ऑब्जरवेशन ते क्रिएट करता बेस ते, दीज आर टू डिफरेंट थिंग्स। वट एवर पोइट सीज एंड ऑब्जर्व ये उसका परसनल व्यू है, ये उसका परसनल परसपैक्टिव है किसी चीज़ बारे। पर जदों उन्हें उही चीज़ के आधार पर कोई ऐसी पोइम तैयार करनी है विच होल पब्लिक हैज़ टू रीड, तो नैचुरली अ पोइट मस्ट अंडरस्टैंड वट ही फील्स एंड वट पब्लिक वॉन्ट्स टू फील आर टू डिफरेंट थिंग्स। तो एलियट की कहना चाहता, ए पोइट should disassociate himself from his poem। वो जो फील करता वो माइंड तक आवे, उस तो बाद वो माइंड एक कैटालिटिक एजेंट का काम करे। कैटालिटिक एजेंट कैमिस्ट्री की एक टर्म आ, जिमें आप दही का थोड़ा जहा चम्मच पा के दुध नूं दही च कन्वर्ट कर दें। देखो दो चीज़ां होंदी, एक होंदा मिल्क, एक होंदा कर्ड। मिल्क दे विच जदों थोड़ा जहा आप कर्ड ऐड कर दें तो लेटर उन्होंने कर्ड बन जाता। तो उरे जो वो चम्मच दही का उन्होंने आप कैटालिटिक एजेंट कहते हैं। सो लेट अस ट्राई टू अंडरस्टैंड अ पोइट्स माइंड इज़ ए कैटालिटिक एजेंट। सोसाइटी चो जोड़ा भी इंप्रैशन रिसीव करता उन्होंने अपनी इमैजीनेशन के नाल उहदा एक प्रोडक्ट बनाता, और प्रोडक्ट बनाते हुए चीज़ का ध्यान रखता कि सोसाइटी नूं की रिक्वायर्ड है। तो इसलिए वैन अ पोइट शुड राइट ही मस्ट अंडरस्टैंड, ही मस्ट राइट इम्पर्सनल पोइट्री
ਉਹਦੇ ਆਪਣੇ ਇਮੋਸ਼ਨਸ ਉਹਦੇ ਵਿੱਚ ਰਿਫਲੈਕਟ ਨਹੀਂ ਹੋਣੇ ਚਾਹੀਦੇ। ਮੈਂ ਬਾਰ-ਬਾਰ ਕਹਿ ਰਿਹਾ, ਰੋਮਾਂਟਿਕ ਪੋਇਟਰੀ ਵਾਸ ਬੇਸਡ ਔਨ ਦ ਆਈਡੀਆ ਦੈਟ ਪੋਇਟ ਸ਼ੁਡ ਐਕਸਪ੍ਰੈਸ देयर ਫੀਲਿੰਗਸ। ਜੇ ਤੁਸੀਂ ਪ੍ਰੋਫੈਸ ਟੂ ਲਿਰਿਕਲ ਬੈਲੈਡਸ ਪੜ੍ਹੋਗੇ ਉਹ 'ਚ ਬਾਰ-ਬਾਰ ਗੱਲ ਆਊਗੀ ਕਿ ਪੋਇਟ ਨੂੰ ਕਾਮਨ ਬੰਦੇ ਬਾਰੇ ਲਿਖਣਾ ਚਾਹੀਦਾ, ਪੋਇਟ ਨੂੰ ਕਾਮਨ ਥੀਮਸ ਬਾਰੇ ਲਿਖਣਾ ਚਾਹੀਦਾ। ਪਰ ਐਲੀਟ ਕਹਿੰਦਾ ਪੋਇਟਰੀ ਸ਼ੁਡ ਬੀ ਪਰਸਨਲ। ਜੋ ਪੋਇਟ ਫੀਲ ਕਰਦਾ ਤੇ ਜੋ ਪੋਇਟ ਐਕਸਪ੍ਰੈਸ ਕਰਦਾ, ਟੂ ਡਿਫਰੈਂਟ ਚੀਜ਼ਾਂ ਨੇ। these are two different words. A poet should never try to express, a poet should never try to give weightage to his feelings. That is not important. He should always understand what the reader expects him to do. So his mind is like a catalytic agent. A poet should be impersonal, not writing about himself. ਜਿਵੇਂ ਆਪਾਂ ਇੱਕ ਦੁਕਾਨ ਕਰਦੇ ਆ ਤੇ ਆਪਾਂ ਦੁਕਾਨ ਤੇ ਉਹ ਪ੍ਰੋਡਕਟਸ ਰੱਖਦੇ ਆ ਜਿਹੜੇ ਕਸਟਮਰ ਨੂੰ ਪਸੰਦ ਨੇ, ਨਾ ਕਿ ਤੁਹਾਨੂੰ ਪਸੰਦ ਨੇ। ਇਹ ਬੜੀ ਅਜੀਬ ਗੱਲ ਹੋਊਗੀ ਕਿ ਤੁਸੀਂ ਕਿਸੇ ਸ਼ਾਪ 'ਤੇ ਗਏ ਅਤੇ ਤੁਸੀਂ ਉਹਨਾਂ ਨੂੰ ਕਿਹਾ ਵੀ ਮੈਨੂੰ ਇਹ ਸ਼ੈਂਪੂ ਦੇ ਦਿਓ, ਅਗਲਾ ਤੁਹਾਨੂੰ ਆਪਣੀ ਚੋਇਸ ਦਾ ਸ਼ੈਂਪੂ ਦੇ ਦੇ ਅਤੇ ਤੁਸੀਂ ਕਹਿੰਦੇ ਹੋ ਕਿ ਨਹੀਂ ਸਰ ਮੈਨੂੰ ਇਹ ਨਹੀਂ, ਇਹ ਚਾਹੀਦਾ। ਅਤੇ ਜੇ ਸ਼ਾਪਕੀਪਰ ਕਹੇ ਨਹੀਂ ਨਹੀਂ ਤੁਸੀਂ ਇਹ ਲੈ ਜਾਓ, ਮੈਨੂੰ ਇਹ ਪਸੰਦ ਆ, ਯੂ ਫਾਈਂਡ ਇਟ ਵੈਰੀ ਔਕਵਰਡ। ਇਹ ਕਿਆ ਬੇਵਕੂਫੀ ਹੈ ਇਹ। ਗਿਵ ਮੀ ਵਾਟ ਆਈ ਵਾਂਟ। ਤਾਂ ਰਿਐਲਿਟੀ ਕੀ ਕਹਿੰਦਾ, ਗਿਵ ਪਬਲਿਕ ਵਾਟ ਦੇ ਵਾਂਟ। ਵਾਟ ਰਾਈਟਰ ਫੀਲਸ ਦੈਟ ਇਜ਼ ਨਾਟ ਇੰਪੋਰਟੈਂਟ। ਤਾਂ ਇਹ ਪੋਇਟ ਮਸਟ ਡਿਸਐਸੋਸੀਏਟ ਹਿਮਸੈਲਫ ਫਰੋਮ ਹਿਸ ਪ੍ਰੋਡਕਟ। ਤੇ ਲਾਸਟ ਦੇ ਵਿੱਚ ਇੱਕ ਐਸੇ ਦੇ ਵਿੱਚ ਇੱਕ ਕੋਟੇਸ਼ਨ ਬੜੀ ਫੇਮਸ ਹੈ, ਹਾਂਜੀ, ਪੋਇਟਰੀ ਇਜ਼ ਨਾਟ ਏ ਟਰਨਿੰਗ ਲੂਜ਼ ਆਫ ਇਮੋਸ਼ਨਸ, ਰਾਦਰ ਐਨ ਐਸਕੇਪ ਫਰੋਮ ਇਮੋਸ਼ਨਸ। ਐਂਡ ਪੋਇਟਰੀ ਇਜ਼ ਨਾਟ ਦ ਐਕਸਪ੍ਰੈਸ਼ਨ ਆਫ ਪਰਸਨੈਲਿਟੀ, ਪੋਇਟਰੀ ਇਜ਼ ਐਨ ਐਸਕੇਪ ਫਰੋਮ ਪਰਸਨੈਲਿਟੀ। ਇਹਦਾ ਸਿੰਪਲ ਜਿਹਾ ਮਤਲਬ ਕੀ ਹੈ ਕਿ ਇੱਕ ਪੋਇਟ ਉਦੋਂ ਲਿਖਦਾ ਜਦੋਂ ਉਹਨੂੰ ਇਹ ਲੱਗਦਾ ਕਿ ਕੁਛ ਇਮੋਸ਼ਨਸ ਨੇ, ਕੁਛ ਫੀਲਿੰਗਸ ਨੇ ਜਿਹੜੀਆਂ ਇੰਨੀਆਂ ਕੁ ਡੋਮੀਨੇਟ ਕਰ ਰਹੀਆਂ ਨੇ ਉਹਦੇ ਮਾਈਂਡ ਨੂੰ ਕਿ ਦੇ ਨੀਡਸ ਟੂ ਬੀ ਐਕਸਪ੍ਰੈਸ। ਪੋਇਟਰੀ ਇਜ਼ ਨਾਟ ਅ ਟਰਨਿੰਗ ਲੂਜ਼ ਆਫ ਇਮੋਸ਼ਨ ਐਂਡ ਐਸਕੇਪ ਫਰੋਮ ਇਮੋਸ਼ਨਸ। ਕਿ ਉਹ ਇਮੋਸ਼ਨਸ ਤੁਹਾਡੀ ਪਰਸਨੈਲਿਟੀ ਨੂੰ ਗ੍ਰਿਪ ਦੇ ਵਿੱਚ ਲੈ ਲੈਂਦੇ ਨੇ ਅਤੇ ਜਦੋਂ ਤੁਸੀਂ ਪੋਇਟਰੀ ਦੇ ਥਰੂ ਉਹਨਾਂ ਚੀਜ਼ਾਂ ਨੂੰ ਐਕਸਪ੍ਰੈਸ ਕਰਦੇ ਹੋ ਤਾਂ ਤੁਸੀਂ ਉਸ ਓਵਰਵੈਲਮਿੰਗ ਐਕਸਪੀਰੀਅੰਸ ਤੋਂ ਬਚਣਾ ਚਾਹੁੰਦੇ ਹੋ, ਕਿਉਂਕਿ ਤੁਹਾਨੂੰ ਲੱਗਦਾ, ਇੱਕ ਕਵੀ ਨੂੰ ਫੀਲ ਹੁੰਦਾ ਕਿ ਫੀਲਿੰਗਸ ਇੰਨੀਆਂ ਜ਼ਿਆਦਾ ਪਾਵਰਫੁਲ ਨੇ ਕਿ ਜੋ ਨੇ ਐਕਸਪ੍ਰੈਸ ਨਾ ਕੀਤੀਆਂ ਤਾਂ ਸ਼ਾਇਦ ਉਹ ਇੰਟਰਨਲੀ ਸਫੋਕੇਟ ਹੋ ਜਾਊਗਾ। ਤਾਂ ਰਾਈਟਰਸ ਯੂਜਲੀ ਜਦੋਂ ਪੋਇਟਰੀ ਲਿਖਦੇ ਨੇ ਉਹਨਾਂ ਦਾ ਬੇਸਿਕ ਆਬਜੈਕਟ ਐਲੀਟ ਦੇ ਅਨੁਸਾਰ ਕੀ ਹੋਣਾ ਚਾਹੀਦਾ, ਐਸਕੇਪ ਫਰੋਮ ਦ ਪਰਸਨੈਲਿਟੀ। ਉਹ ਆਪਣੀ ਬੇਸਿਕ ਪਰਸਨੈਲਿਟੀ ਨੂੰ ਰਿਫਲੈਕਟ ਨਹੀਂ ਕਰਨਗੇ, ਉਹ ਸਿਰਫ ਉਹ ਐਕਸਪ੍ਰੈਸ ਕਰਨਗੇ ਜੋ ਇੱਕ ਪੋਇਟ ਨੂੰ ਕਰਨਾ ਚਾਹੀਦਾ। ਤਾਂ ਆਈ ਹੋਪ tradition and individual talent is clear to you. In short, Eliot wants to tell the young writers that they should incorporate both tradition and your own talent. Change is always good, but he's again advising young poets to bring the change in a way, change ਇਸ ਤਰੀਕੇ ਨਾਲ ਲੈ ਕੇ ਆਓ ਕਿ ਉਹ ਜਿਹੜਾ ਚੇਂਜ ਹੋਵੇ ਟੋਲਰੇਬਲ ਹੋਵੇ, ਲੋਕਾਂ ਨੂੰ ਇੱਕਦਮ ਔਕਵਰਡ ਨਾ ਲੱਗੇ। ਤੇ ਡੋਂਟ ਟਰਾਈ ਟੂ ਅਪਸੈਟ ਦ ਸਿਸਟਮ, ਰਾਦਰ ਪੋਜ਼ੀਟਿਵਲੀ ਕੰਟਰੀਬਿਊਟ ਦਾ ਸਿਸਟਮ। ਅਤੇ ਮੈਨੂੰ ਲੱਗਦਾ ਇਹ ਜਿਹੜਾ ਐਸੇ ਆ ਇਹ ਸਾਡੀ ਲਾਈਫ ਦੇ ਹਰ ਐਸਪੈਕਟ ਨੂੰ ਕਵਰ ਕਰਦਾ। ਅਸੀਂ ਵੀ ਜਦੋਂ ਲਾਈਫ ਦੇ ਵਿੱਚ ਕੋਈ ਚੇਂਜ ਲੈ ਕੇ ਆਉਣਾ, ਬੇਸ਼ੱਕ ਉਹ ਸਾਡਾ ਘਰ ਆ ਜਾਂ ਬੇਸ਼ੱਕ ਉਹ ਸਾਡਾ ਸਿਸਟਮ ਆ, ਵੀ ਸ਼ੁੱਡ ਟਰਾਈ ਟੂ ਬੀ ਲਿਟਲ ਸਲੋ। We should understand that we are going to better the system. We are not just going to disrupt the system. So this is tradition and individual talent. I hope you have enjoyed. It is clear to you. Thank you very much for enjoying this video, for listening this video. If you have any query, you can message me, you can ask me. I will be really delighted to assist you. Thank you. Next video ਦੇ ਵਿੱਚ ਫਿਰ ਆਪਾਂ ਕੁਝ ਹੋਰ ਕਰਾਂਗੇ।